Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 166ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਬੈਰਾਗਣ ਮਹਿਲਾ ਚੌਥਾ। ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ। ਕਹਿੰਦੇ ਜਿਸ ਤਰ੍ਹਾਂ ਇੱਕ ਮਾਂ ਆਪਣੀ ਕੁੱਖ ਦਾ ਧਿਆਨ ਰੱਖਦੀ ਹੈ ਜਦੋਂ ਉਹ ਗਰਭਵਤੀ ਹੁੰਦੀ ਹੈ, ਇਸ ਆਸ ਦੇ ਵਿੱਚ ਕਿ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ। ਸੁਤ ਤੋਂ ਭਾਵ ਪੁੱਤਰ। ਪੁੱਤਰ ਦੀ ਆਸ ਕਿਉਂ ਕਰਦੀ ਹੈ? ਕਿਉਂਕਿ ਉਹਨੂੰ ਉਮੀਦ ਹੁੰਦੀ ਹੈ ਕਿ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ, ਕਿ ਉਹ ਵੱਡਾ ਹੋ ਕੇ ਧਨ ਦੌਲਤ ਕਮਾ ਕੇ ਉਹਨੂੰ ਦੇਵੇਗਾ, ਜਿਹਦੇ ਨਾਲ ਕਿ ਉਹ ਆਪਣੇ ਸ਼ੌਕ ਪੂਰੇ ਕਰ ਸਕੇਗੀ, ਆਪਣੀ ਜ਼ਿੰਦਗੀ ਨੂੰ ਜਿਉਂ ਸਕੇਗੀ। ਭੋਗ ਵਿਲਾਸਾ ਤੋਂ ਭਾਵ ਕਿ ਸੁੱਖ ਆਨੰਦ ਜਿਹੜੇ ਨੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਚਾਹੇ ਹੁੰਦੇ ਨੇ ਕਿ ਮੇਰਾ ਪੁੱਤਰ ਹੋਏ, ਮੇਰਾ ਪੁੱਤਰ ਵੱਡਾ ਹੋ ਕੇ ਧਨ ਮੈਨੂੰ ਕਮਾ ਕੇ ਦੇਵੇ ਤੇ ਮੈਂ ਉਸ ਧਨ ਦੇ ਨਾਲ ਆਪਣੇ ਸੁੱਖ ਆਨੰਦ ਦੀ ਪ੍ਰਾਪਤੀ ਕਰਾਂ, ਇਹ ਉਹਨੂੰ ਆਸ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਹੀ ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ। ਜਿਸ ਤਰ੍ਹਾਂ ਕਿ ਇੱਕ ਮਾਂ ਨੂੰ ਆਪਣੇ ਪੁੱਤਰ ਤੋਂ ਉਮੀਦ ਹੁੰਦੀ ਹੈ, ਉਸੇ ਤਰ੍ਹਾਂ ਹੀ ਜੋ ਹਰ ਜਨ ਹੈ, ਜਿਹੜਾ ਉਸ ਪਰਮਾਤਮਾ ਦਾ ਭਗਤ ਹੈ, ਉਹਨੂੰ ਉਸ ਪਰਮਾਤਮਾ ਪਾਸੋਂ ਉਮੀਦ ਹੁੰਦੀ ਹੈ ਕਿ ਉਹ ਪਰਮਾਤਮਾ ਆਪ ਹੱਥ ਦੇ ਕੇ ਉਹਦੀ ਰੱਖਿਆ ਕਰੇਗਾ, ਭਾਵੇਂ ਕਿਸੇ ਵੀ ਪ੍ਰਕਾਰ ਦੀ ਸਥਿਤੀ ਦੇ ਵਿੱਚ ਉਹ ਇਨਸਾਨ ਹੋਵੇ। ਸੋ ਗੁਰੂ ਜੀ ਨੇ ਇੱਕ ਗਰਭਵਤੀ ਮਾਂ ਦੀ ਉਦਾਹਰਨ ਲੈ ਕੇ ਇੱਕ ਸੇਵਕ ਦੇ ਮਨ ਦੀ ਬਿਰਤੀ ਨੂੰ ਬਿਆਨ ਕੀਤਾ ਹੈ। ਅੱਗੇ ਕਹਿੰਦੇ ਨੇ, ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਸਈਆ, ਜਨ ਕੀ ਉਪਮਾ ਤੁਝੈ ਵਡਈਆ ਰਹਾਓ। ਕਹਿੰਦੇ ਹੇ ਮੇਰੇ RAM, ਮੇਰੇ ਪ੍ਰਮਾਤਮਾ, ਮੇਰੇ ਹਰੀ, ਮੈਂ ਮੂਰਖ ਹਾਂ, ਮੇਰੇ ਗੁਸਾਈ ਮੇਰੀ ਰੱਖਿਆ ਕਰ। ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਸਈਆ, ਜਨ ਕੀ ਉਪਮਾ ਤੁਝੇ ਵਡਈਆ। ਜੇ ਮੈਂ ਤੇਰੇ ਕਿਸੇ ਭਗਤ ਦੀ ਵਡਿਆਈ ਕਰਦਾ ਹਾਂ, ਉਪਮਾ ਕਰਦਾ ਹਾਂ, ਉਹ ਵੀ ਮੈਨੂੰ ਤੇਰੀ ਹੀ ਵਡਿਆਈ ਜਾਪਦੀ ਹੈ। ਮੰਦਰ ਘਰ ਆਨੰਦ ਹਰ, ਹਰ ਜਸ ਮਨ ਭਾਵੈ, ਸਭ ਰਸ ਮੀਠੇ ਮੁਖ ਲੱਗੈ ਜਾਂ ਹਰ ਗੁਣ ਗਾਵੈ। ਹਰ ਜਨ ਪਰਿਵਾਰ ਸੁਧਾਰ ਹੈ, ਇੱਕੀ ਕੁਲੀ ਸਭ ਜਗਤ ਛਡਾਵੈ। ਜਿਹੜੇ ਮਨੁੱਖ ਦੇ ਮਨ ਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਚੰਗਾ ਲੱਗਣ ਲੱਗ ਜਾਏ, ਹਰ ਜਸ ਮਨ ਭਾਵੈ, ਪਰਮਾਤਮਾ ਦੀ ਵਡਿਆਈ ਜਿਹੜੇ ਮਨ ਦੇ ਵਿੱਚ ਚੰਗੀ ਲੱਗਦੀ ਹੈ, ਮੰਦਰ ਘਰ ਆਨੰਦ ਹਰ, ਉਸ ਮਨ ਦੇ ਅੰਦਰ ਹੀ, ਉਸ ਹਿਰਦੇ ਘਰ ਦੇ ਅੰਦਰ ਹੀ, ਉਸ ਹਿਰਦੇ ਰੂਪੀ ਮੰਦਰ ਦੇ ਅੰਦਰ ਹੀ ਆਨੰਦ ਪੈਦਾ ਹੋ ਜਾਂਦਾ ਹੈ। ਫਿਰ ਉਸ ਨੂੰ ਸਭ ਰਸ ਮੀਠੇ ਮੁਖ ਲੱਗੇ ਜਾਂ ਹਰ ਗੁਣ ਗਾਵੈ। ਜਦੋਂ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤਾਂ ਉਹਨੂੰ ਇਸ ਪ੍ਰਕਾਰ ਜਾਪਦਾ ਹੈ ਕਿ ਹਰ ਪ੍ਰਕਾਰ ਦੇ ਸਵਾਦਲੇ ਭੋਜਨਾਂ ਦਾ ਰਸ ਉਹਦੇ ਮੁਖ ਦੇ ਵਿੱਚ ਆਣ ਪਿਆ ਹੈ। ਉਹਨੂੰ ਹੋਰ ਬਹੁਤੇ ਪ੍ਰਕਾਰ ਦੇ ਸਵਾਦਲੇ ਭੋਜਨਾਂ ਦੀ ਚੱਸ ਨਹੀਂ ਰਹਿੰਦੀ। ਉਹਨੂੰ ਇਹ ਨਹੀਂ ਹੁੰਦਾ ਕਿ ਮੈਂ ਇਹ ਵੀ ਖਾ ਲਵਾਂ, ਉਹ ਵੀ ਖਾ ਲਵਾਂ, ਕਿ ਇਹਦੇ 'ਚੋਂ ਮੈਨੂੰ ਇਸ ਤਰ੍ਹਾਂ ਦਾ ਰਸ ਮਿਲੇਗਾ, ਉਹਦੇ 'ਚੋਂ ਮੈਨੂੰ ਉਸ ਤਰ੍ਹਾਂ ਦਾ ਰਸ ਮਿਲੇਗਾ। ਪਰਮਾਤਮਾ ਦਾ ਨਾਮ ਜਪਦੇ ਹੋਏ ਉਹਨੂੰ ਹਰ ਪ੍ਰਕਾਰ ਦੇ ਹੀ ਰਸ ਪ੍ਰਾਪਤ ਹੋ ਜਾਂਦੇ ਨੇ। ਦੁਨਿਆਵੀ ਰਸਾਂ ਦੀ ਜੋ ਉਹਦੀ ਲਾਲਸਾ ਹੈ ਉਹ ਖਤਮ ਹੋ ਜਾਂਦੀ ਹੈ। ਤੇ ਜਿਨ੍ਹਾਂ ਆਪਣੇ ਅੰਦਰੋਂ ਇਹ ਲਾਲਸਾ ਖਤਮ ਕਰ ਲਈ, ਉਹ ਪਰਮਾਤਮਾ ਦਾ ਭਗਤ ਹਰ ਜਨ ਪਰਿਵਾਰ ਸੁਧਾਰ ਹੈ। ਉਹਨੇ ਆਪਣੀ ਜ਼ਿੰਦਗੀ ਤੇ ਸੁਧਾਰ ਲਈ, ਨਾਲ ਨਾਲ ਉਹ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਸੁਧਾਰ ਲੈਂਦਾ ਹੈ। ਇੱਕੀ ਕੁੱਲੀ ਸਭ ਜਗਤ ਛਡਾਵੈ, ਆਪਦੀਆਂ 21 ਕੁੱਲਾਂ ਨੂੰ ਵੀ ਸੁਧਾਰ ਲੈਂਦਾ ਹੈ। 21 ਸ਼ਬਦ ਇੱਥੇ ਕਿਉਂ ਵਰਤਿਆ ਗਿਆ, ਇਹਦੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ, ਪਰ ਇੰਨਾ ਜ਼ਰੂਰ ਸਮਝ ਸਕਦੇ ਹਾਂ ਕਿ ਗੁਰੂ ਜੀ ਇਹ ਕਹਿ ਸਕਦੇ ਨੇ ਕਿ ਉਹ ਆਪਣੇ ਨਾਲ ਨਾਲ ਆਪਦੀਆਂ ਹੋਰ ਬਹੁਤ ਸਾਰੀਆਂ ਕੁਲਾਂ ਨੂੰ ਵੀ ਸੁਧਾਰ ਲੈਂਦਾ ਹੈ ਤੇ ਦੂਸਰੇ ਜਗਤ ਨੂੰ ਵੀ ਲਾਭ ਪਹੁੰਚਾਉਂਦਾ ਹੈ।
ਦੂਜੇ ਜਗਤ ਨੂੰ ਵੀ ਉਹਨਾਂ ਲਾਲਸਾਵਾਂ ਤੋਂ ਛੁਡਵਾਉਣ ਦੇ ਵਿੱਚ ਮਦਦ ਕਰਦਾ ਹੈ। ਸਾਡੇ ਗੁਰੂਆਂ ਦੀ ਇੱਕ ਬੜੀ ਵਧੀਆ ਉਦਾਹਰਣ ਸਾਡੇ ਸਾਹਮਣੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਅਹਿਸਾਸ ਹੋਇਆ ਆਪਣੇ ਆਪ ਦੇ ਪਰਮਾਤਮਾ ਦੇ ਨਾਲ ਮਿਲਾਪ ਦਾ, ਤਾਂ ਉਹਨਾਂ ਨੇ ਨਾ ਸਿਰਫ ਆਪਣੀ ਜ਼ਿੰਦਗੀ ਸੁਧਾਰੀ, ਇਹ ਰੱਬੀ ਬਾਣੀ ਲਿਖ ਕੇ ਸਾਡੀਆਂ ਜ਼ਿੰਦਗੀਆਂ ਤੱਕ ਵੀ ਲੈ ਕੇ ਆਏ, ਤੇ ਜਿਹਦੇ ਨਾਲ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਫਾਇਦਾ ਹੋ ਰਿਹਾ ਹੈ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਸੁਧਾਰ ਹੋ ਰਿਹਾ ਹੈ। ਅੱਗੇ ਚੱਲਦੇ ਹਾਂ। ਕਹਿੰਦੇ ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ। ਕਹਿੰਦੇ ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਪਰਮਾਤਮਾ ਹੀ ਕਰਦਾ ਹੈ। ਇਹ ਸਾਰਾ ਹੀ ਸੰਸਾਰ ਜੋ ਹੈ, ਜੋ ਵਰਤਾਰਾ ਵਰਤ ਰਿਹਾ ਹੈ, ਇਹ ਸਾਰੀ ਹੀ ਹਰ ਕੀ ਵਡਿਆਈ ਉਸ ਪਰਮਾਤਮਾ ਦੀ ਮਹਿਮਾ ਹੈ। ਹਰ ਜੀ ਤੇਰੇ, ਸਾਰੇ ਹੀ ਜੀਵ ਤੇਰੇ ਪੈਦਾ ਕੀਤੇ ਹੋਏ ਨੇ, ਤੂੰ ਵਰਤਦਾ ਤੇ ਸਾਰੇ ਹੀ ਜੀਵਾਂ ਦੇ ਵਿੱਚ ਤੂੰ ਆਪ ਵਰਤਦਾ ਹੈ। ਹਰ ਪੂਜ ਕਰਾਈ, ਤੇ ਸਾਰੇ ਜੀਵਾਂ ਦੇ ਪਾਸੋਂ ਤੂੰ ਆਪਣੀ ਪੂਜਾ ਭਗਤੀ ਕਰਵਾ ਰਿਹਾ ਹੈ। ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ। ਆਪਣੀ ਭਗਤੀ ਦੇ ਭੰਡਾਰਾਂ ਤੱਕ ਦਾ ਰਸਤਾ ਵੀ ਆਪਣੇ ਭਗਤਾਂ ਨੂੰ ਉਹ ਪਰਮਾਤਮਾ ਆਪ ਹੀ ਦਿਖਾਉਂਦਾ ਹੈ, ਤੇ ਆਪ ਹੀ ਉਹਨਾਂ ਨੂੰ ਆਪਣੀ ਭਗਤੀ ਵੰਡਦਾ ਹੈ, ਵਰਤਾਉਂਦਾ ਹੈ। ਲਾਲਾ ਹਾਟ ਬਿਹਾਜਿਆ ਕਿਆ ਤਿਸ ਚਤੁਰਾਈ, ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ, ਕਉ ਹਰ ਨਾਮ ਕਢਾਈ। ਇਹਨਾਂ ਪੰਕਤੀਆਂ ਦੇ ਵਿੱਚ ਲਾਲਾ ਸ਼ਬਦ ਦਾ ਅਰਥ ਗੁਲਾਮ ਹੈ, ਤੇ ਗੁਰੂ ਜੀ ਕਹਿੰਦੇ ਕਿ ਲਾਲਾ ਹਾਟ ਬਿਹਾਜਿਆ, ਕਿ ਜਿਹੜਾ ਗੁਲਾਮ ਹੱਟੀ ਤੋਂ ਖਰੀਦਿਆ ਜਾਂਦਾ ਹੈ, ਕਿਆ ਤਿਸ ਚਤੁਰਾਈ, ਉਹਦੇ ਮਾਲਕ ਦੇ ਅੱਗੇ ਉਹਦੀ ਕੋਈ ਵੀ ਚਤੁਰਾਈ ਨਹੀਂ ਚੱਲਦੀ। ਤੇ ਸਾਨੂੰ ਸਮਝਾਉਣਾ ਕੀ ਚਾਹ ਰਹੇ ਨੇ ਕਿ ਜੋ ਮਨੁੱਖ ਹੈ ਉਹ ਉਸ ਪਰਮਾਤਮਾ ਦਾ ਗੁਲਾਮ ਹੈ, ਤੇ ਉਸ ਪਰਮਾਤਮਾ ਦੇ ਅੱਗੇ ਮਨੁੱਖ ਦੀ ਕੋਈ ਵੀ ਚਤੁਰਾਈ ਨਹੀਂ ਚੱਲਦੀ। ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ, ਕਉ ਹਰ ਨਾਮ ਕਢਾਈ। ਕਹਿੰਦੇ ਜੇ ਰਾਜ ਤਖਤਾਂ ਦੇ ਉੱਤੇ ਵੀ ਪਰਮਾਤਮਾ ਕਿਸੇ ਮਨੁੱਖ ਨੂੰ ਬਿਠਾ ਦੇਵੇ, ਉੱਥੇ ਬੈਠੇ ਦੀ ਵੀ ਉਹਦੀ ਕੋਈ ਚਤੁਰਾਈ ਉਸ ਪਰਮਾਤਮਾ ਦੇ ਅੱਗੇ ਨਹੀਂ ਚੱਲਦੀ। ਆਪਣੀ ਪ੍ਰਜਾ ਦੇ ਉੱਪਰ ਭਾਵੇਂ ਕੋਈ ਲੱਖ ਚਤੁਰਾਈਆਂ ਵਰਤ ਲਵੇ, ਆਪਣੇ ਆਸ-ਪਾਸ ਵਾਲੇ ਲੋਕਾਂ ਦੇ ਉੱਪਰ ਭਾਵੇਂ ਕੋਈ ਲੱਖ ਚਤੁਰਾਈਆਂ ਵਰਤ ਲਵੇ, ਪਰ ਉਸ ਪਰਮਾਤਮਾ ਦੇ ਅੱਗੇ ਕੋਈ ਚਤੁਰਾਈ ਨਹੀਂ ਚੱਲਦੀ। ਰਾਜ ਤਖਤਾਂ ਦੇ ਉੱਪਰ ਬੈਠਾ ਹੋਇਆ ਮਨੁੱਖ ਵੀ ਉਸ ਪਰਮਾਤਮਾ ਦਾ ਸਦਾ ਗੁਲਾਮ ਰਹਿੰਦਾ ਹੈ, ਤੇ ਪਰਮਾਤਮਾ ਉਸ ਗੁਲਾਮ ਦੇ ਮੂੰਹੋਂ ਆਪਣਾ ਨਾਮ ਜਪਵਾ ਹੀ ਲੈਂਦਾ ਹੈ। ਭਾਵੇਂ ਕੋਈ ਕਿੱਡਾ ਵੀ ਤਕੜਾ ਕਿਉਂ ਨਾ ਹੋਵੇ, ਆਪਣੇ ਆਪ ਨੂੰ ਕਿੰਨਾ ਵੀ ਸਰੂਖਦਾਰ ਕਿਉਂ ਨਾ ਸਮਝਦਾ ਹੋਵੇ, ਔਖੇ ਵੇਲੇ ਪਰਮਾਤਮਾ ਨੂੰ ਜ਼ਰੂਰ ਯਾਦ ਕਰਦਾ ਹੈ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਕਹਿੰਦੇ ਦਾਸ ਨਾਨਕ ਵੀ ਪਰਮਾਤਮਾ ਦਾ ਖਰੀਦਿਆ ਹੋਇਆ ਗੁਲਾਮ ਹੈ। ਇਹ ਪਰਮਾਤਮਾ ਦੀ ਮਿਹਰ ਹੈ ਕਿ ਉਸਨੇ ਨਾਨਕ ਨੂੰ ਆਪਣਾ ਗੁਲਾਮ ਬਣਾਇਆ ਹੈ। ਇਹ ਵੀ ਉਸ ਪਰਮਾਤਮਾ ਦੀ ਵਡਿਆਈ ਹੈ। ਗੌੜੀ ਗਵਾਰਰੀ ਮਹਿਲਾ ਚੌਥਾ। ਕਿਰਸਾਨੀ ਕਿਰਸਾਨ ਕਰੇ ਲੋਚੈ ਜਿਉ ਲਾਏ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਕਹਿੰਦੇ ਜੋ ਕਿਸਾਨ ਹੈ ਉਹ ਜਿਉ ਲਾ ਕੇ, ਆਪਣਾ ਮਨ ਲਾ ਕੇ ਪੂਰੀ ਸ਼ਿੱਦਤ ਦੇ ਨਾਲ ਕਿਸਾਨੀ ਕਰਦਾ ਹੈ, ਤੇ ਇਹ ਲੋਚਦਾ ਹੈ, ਇਸ ਗੱਲ ਦੀ ਆਸ ਕਰਦਾ ਹੈ। ਹਲ ਜੋਤਦਾ ਹੈ, ਮਿਹਨਤ ਕਰਦਾ ਹੈ, ਇਸ ਗੱਲ ਦੀ ਆਸ ਕਰਦਾ ਹੈ ਕਿ ਉਹਦਾ ਪੁੱਤਰ, ਉਹਦੀ ਧੀ ਆਰਾਮ ਦੇ ਨਾਲ ਖਾ ਸਕਣ, ਉਹਨਾਂ ਦੇ ਲਈ ਹੀ ਉਹ ਉਨਾ ਅਨਾਜ ਪੈਦਾ ਕਰ ਸਕੇ। ਬਿਲਕੁਲ ਉਸੇ ਪ੍ਰਕਾਰ ਹੀ ਤਿਉ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛਡਾਏ। ਜੋ ਹਰੀ ਦਾ ਜਨ ਹੈ, ਪਰਮਾਤਮਾ ਦਾ ਸੇਵਕ ਹੈ, ਉਹਦੇ ਨਾਮ ਦਾ ਜਪ ਕਰਦਾ ਹੈ, ਇਸ ਆਸ ਦੇ ਵਿੱਚ ਕਿ ਮੁਸੀਬਤ ਦੀ ਘੜੀ ਦੇ ਵਿੱਚ ਪਰਮਾਤਮਾ ਦਾ ਨਾਮ ਉਹਨੂੰ ਸ਼ਾਂਤੀ ਬਖਸ਼ੇਗਾ। ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ, ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ। ਕਹਿੰਦੇ ਹੇ ਮੇਰੇ ਰਾਮ, ਮੈਨੂੰ ਮੂਰਖ ਨੂੰ ਉੱਚੀ ਅਵਸਥਾ ਬਖਸ਼, ਮੇਰੀ ਗਤ ਕਰ, ਉੱਚੀ ਅਵਸਥਾ ਬਖਸ਼, ਮੈਨੂੰ ਗੁਰੂ ਦੀ ਸੇਵਾ ਦੇ ਕੰਮ ਦੇ ਵਿੱਚ ਜੋੜ ਦੇ। ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ, ਧਨ ਖੱਟੈ ਆਸਾ ਕਰੈ ਮਾਇਆ ਮੋਹ ਵਧਾਵੈ। ਕਹਿੰਦੇ ਜੋ ਸੌਦਾਗਰ ਨੇ ਉਹ ਸੌਦਾਗਰੀ ਦਾ ਸਮਾਨ ਲੈ ਕੇ ਘੋੜਿਆਂ ਦੇ ਉੱਪਰ ਲੱਦ ਕੇ ਚੱਲ ਪੈਂਦੇ ਨੇ ਉਹਨੂੰ ਵੇਚਣ ਦੇ ਲਈ, ਇਸ ਆਸ ਦੇ ਵਿੱਚ ਕਿ ਉਹ ਧਨ ਖੱਟਣਗੇ। ਉਹ ਧਨ ਖੱਟਦੇ ਵੀ ਨੇ, ਜੋ ਵੀ ਸਮਾਨ ਉਹਨਾਂ ਕੋਲ ਹੁੰਦਾ ਹੈ ਉਹਨੂੰ ਵੇਚ ਕੇ ਧਨ ਖੱਟਦੇ ਨੇ,
ਹੋਰ ਮਾਇਆ ਦੀ ਆਸ ਕਰਦੇ ਨੇ ਤੇ ਮਾਇਆ ਦਾ ਇਹ ਜੋ ਮੋਹ ਹੈ ਉਹ ਵੱਧਦਾ ਜਾਂਦਾ ਹੈ। ਜਿੰਨਾ ਉਹ ਹੋਰ ਕਮਾ ਲੈਂਦੇ ਨੇ ਉਨੀ ਹੀ ਲਾਲਸਾ ਹੋਰ ਜ਼ਿਆਦਾ ਵੱਧ ਜਾਂਦੀ ਹੈ। ਤਿਉ ਹਰ ਜਨ ਹਰ ਹਰ ਬੋਲਤਾ, ਹਰ ਬੋਲ ਸੁਖ ਪਾਵੈ। ਹੁਣ ਜੋ ਉਹ ਸੌਦਾਗਰ ਹੈ ਧਨ ਇਕੱਠਾ ਕਰਕੇ, ਧਨ ਕਮਾ ਕੇ ਸੁੱਖ ਮਹਿਸੂਸ ਕਰਦਾ ਹੈ। ਕੁਝ ਪਲਾਂ ਦੇ ਲਈ ਉਹਨੂੰ ਆਨੰਦ ਆਉਂਦਾ ਹੈ ਜਦੋਂ ਉਹ ਕਮਾ ਰਿਹਾ ਹੁੰਦਾ ਹੈ, ਪਰ ਜਦੋਂ ਉਹ ਖੁੱਸਣ ਲੱਗ ਜਾਂਦਾ ਹੈ ਜੋ ਇਕੱਠਾ ਕੀਤਾ ਹੋਇਆ ਧਨ ਹੈ ਤਾਂ ਫਿਰ ਉਹਨੂੰ ਦੁੱਖ ਹੁੰਦਾ ਹੈ। ਉਹ ਸਦਾ ਦੇ ਲਈ ਆਤਮਿਕ ਆਨੰਦ ਪ੍ਰਾਪਤ ਨਹੀਂ ਕਰਦਾ। ਮਾਇਆ ਸਾਡੇ ਜੀਵਨ ਜਾਂਚ ਦੇ ਲਈ ਜ਼ਰੂਰੀ ਹੈ। ਸਾਡੀ ਜ਼ਿੰਦਗੀ ਦੇ ਸਫ਼ਰ ਨੂੰ ਜੇ ਅਸੀਂ ਕੱਟਣਾ ਹੈ, ਨਿਭਾਉਣਾ ਹੈ, ਤਾਂ ਉਸ ਸਫ਼ਰ ਦੇ ਵਿੱਚ ਵੱਖ-ਵੱਖ ਚੀਜ਼ਾਂ ਵਸਤਾਂ ਦੇ ਲਈ, ਆਪਣਾ ਤਨ ਢੱਕਣ ਦੇ ਲਈ, ਸਿਰ ਦੇ ਉੱਪਰ ਛੱਤ ਦੇ ਲਈ, ਖਾਣ ਦੇ ਲਈ ਸਾਨੂੰ ਪੈਸਾ ਚਾਹੀਦਾ ਹੈ, ਪਰ ਉਹਦੀ ਜੋ ਲਾਲਸਾ ਹੈ ਉਹ ਵਿਕਾਰ ਹੈ। ਇਹ ਜੋ ਲਾਲਸਾ ਹੈ ਇਹ ਸਾਨੂੰ ਆਤਮਿਕ ਆਨੰਦ ਹਾਸਲ ਕਰਨ ਨਹੀਂ ਦਿੰਦੀ। ਤੇ ਦੂਜੇ ਪਾਸੇ ਜੋ ਗੁਰੂ ਦਾ ਪਿਆਰਾ ਹੈ, ਗੁਰੂ ਦਾ ਸੇਵਕ ਹੈ, ਉਸ ਪਰਮਾਤਮਾ ਦਾ ਜਨ ਹੈ, ਤੇ ਉਹ ਹਰ ਜਨ ਹਰ ਹਰ ਬੋਲਤਾ, ਉਹ ਉਸ ਪਰਮਾਤਮਾ ਦਾ ਨਾਮ ਜਪਦਾ ਹੈ, ਹਰ ਹਰ ਬੋਲਦਾ ਹੈ, ਹਰ ਬੋਲ ਸੁਖ ਪਾਵੈ, ਤੇ ਅਜਿਹਾ ਬੋਲ ਕੇ ਉਹ ਸੁੱਖ ਪ੍ਰਾਪਤ ਕਰਦਾ ਹੈ। ਹੁਣ ਪਰਮਾਤਮਾ ਦਾ ਨਾਮ ਜਪ ਕੇ ਜਿਹੜੀ ਸੁੱਖ ਪ੍ਰਾਪਤ ਹੁੰਦਾ ਹੈ, ਜਿਹੜੀ ਖੁਸ਼ੀ ਮਿਲਦੀ ਹੈ, ਉਹ ਨਾ ਖੁੱਸਣਯੋਗ ਹੈ, ਉਹ ਕਦੇ ਖੁੱਸਦੀ ਨਹੀਂ। ਅਸੀਂ ਸਾਰੇ ਹੀ ਕੰਮਕਾਰ ਕਰਦੇ ਹਾਂ, ਜਿਸ ਪ੍ਰਕਾਰ ਦਾ ਵੀ ਅਸੀਂ ਕੰਮ ਕਰਦੇ ਹਾਂ ਉਸ ਪ੍ਰਕਾਰ ਦੀ ਸਾਡੀ ਤਨਖਾਹ ਸਾਨੂੰ ਨਿਯਮਿਤ ਸਮੇਂ 'ਤੇ ਮਿਲਦੀ ਹੈ, ਭਾਵੇਂ ਉਹ ਹਫ਼ਤੇ ਦੀ ਹਫ਼ਤੇ ਮਿਲਦੀ ਹੋਵੇ, ਮਹੀਨੇ ਦੀ ਮਹੀਨੇ ਮਿਲਦੀ ਹੋਵੇ। ਸੋਚ ਕੇ ਦੇਖਿਓ, ਕੀ ਤੁਸੀਂ ਉਸ ਤਨਖਾਹ ਨੂੰ ਲੈ ਕੇ ਹਰ ਰੋਜ਼ ਹੀ ਖੁਸ਼ ਹੁੰਦੇ ਹੋ, ਹਰ ਪਲ ਹੀ ਖੁਸ਼ ਹੁੰਦੇ ਹੋ? ਨਹੀਂ। ਜ਼ਿਆਦਾਤਰ ਲੋਕਾਂ ਦਾ ਜਵਾਬ ਇਹੀ ਹੋਏਗਾ। ਖੁਸ਼ੀ ਉਦੋਂ ਹੁੰਦੀ ਹੈ ਜਦੋਂ ਤਨਖਾਹ ਖਾਤਿਆਂ ਦੇ ਵਿੱਚ ਜਾਂ ਪੈਸਾ ਹੱਥਾਂ ਦੇ ਵਿੱਚ ਆਉਂਦਾ ਹੈ, ਉਹ ਕੁਝ ਪਲ ਦੀ ਖੁਸ਼ੀ ਹੁੰਦੀ ਹੈ। ਬਾਕੀ ਦਾ ਸਮਾਂ ਤੇ ਅਸੀਂ ਕੰਮ ਦੇ ਵਿੱਚ ਧਿਆਨ ਦੇ ਕੇ ਆਪਣਾ ਗੁਜ਼ਾਰਦੇ ਹਾਂ। ਉਹ ਵੀ ਡਿਪੈਂਡ ਕਰਦਾ ਹੈ ਕਿ ਜੇਕਰ ਕੰਮ ਤੁਹਾਡੀ ਪਸੰਦ ਦਾ ਹੈ ਤਾਂ ਤੁਸੀਂ ਉਹ ਸਮਾਂ ਖੁਸ਼ੀ-ਖੁਸ਼ੀ ਗੁਜ਼ਾਰਦੇ ਹੋ। ਜੇਕਰ ਕੰਮ ਤੁਹਾਨੂੰ ਔਖਾ ਲੱਗਦਾ ਹੈ ਜਾਂ ਅਜਿਹਾ ਹੈ ਕਿ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਪਸੰਦ ਨਹੀਂ ਕਰਦੇ, ਤਾਂ ਤੁਸੀਂ ਆਪਣਾ ਸਮਾਂ ਬੜਾ ਮੁਸ਼ਕਲ ਦੇ ਤੌਰ 'ਤੇ ਹੀ ਗੁਜ਼ਾਰਦੇ ਹੋ। ਤੁਹਾਨੂੰ ਹੁੰਦਾ ਹੈ ਕਿ ਛੇਤੀ ਤੋਂ ਛੇਤੀ ਮੇਰਾ ਜੋ ਦਿਨ ਹੈ, ਮੇਰੀ ਜੋ ਵੀ ਸ਼ਿਫਟ ਦਾ ਸਮਾਂ ਹੈ ਉਹ ਖਤਮ ਹੋਵੇ, ਮੈਂ ਘਰ ਜਾਵਾਂ। ਤਾਂ ਕਹਿਣ ਤੋਂ ਭਾਵ ਕਿ ਉਹ ਜੋ ਖੁਸ਼ੀ ਹੈ ਉਹ ਸਾਨੂੰ ਉਦੋਂ ਹੁੰਦੀ ਹੈ ਜਦੋਂ ਸਾਡੇ ਹੱਥ ਦੇ ਵਿੱਚ ਪੈਸਾ ਆਉਂਦਾ ਹੈ, ਪਰ ਅਗਲੇ ਹੀ ਪਲ ਜਾਂ ਅਗਲੇ ਦਿਨ ਜਦੋਂ ਅਸੀਂ ਉਸੇ ਪੈਸੇ ਨੂੰ ਵਰਤ ਕੇ ਵੱਖ-ਵੱਖ ਪ੍ਰਕਾਰ ਦੇ ਬਿੱਲ ਤਾਰਨੇ ਹੁੰਦੇ ਨੇ, ਭਾਵੇਂ ਉਹ ਮਕਾਨ ਦਾ ਕਿਰਾਇਆ ਦੇਣਾ ਹੈ, ਖਾਣ ਦੇ ਲਈ ਸਮਾਨ ਖਰੀਦ ਕੇ ਲੈ ਕੇ ਆਉਣਾ ਹੈ, ਤਾਂ ਉਹ ਪੈਸਾ ਸਾਡੇ ਹੱਥ ਤੋਂ ਜਾਂਦਾ ਹੈ। ਖੁਸ਼ੀ ਸਾਨੂੰ ਹੋਈ ਸੀ ਜਦੋਂ ਉਹ ਆਇਆ ਸੀ, ਪਰ ਹੁਣ ਜਦੋਂ ਉਹ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਦੁੱਖ ਵੀ ਹੁੰਦਾ ਹੈ। ਜਾਂ ਫਿਰ ਜੇਕਰ ਕਿਤੇ ਉਹ ਵੈਸੇ ਹੀ ਖੁੱਸ ਜਾਵੇ, ਕਿਸੇ ਪ੍ਰਕਾਰ ਦਾ ਨੁਕਸਾਨ ਹੋ ਜਾਵੇ, ਉਸ ਵਕਤ ਜੋ ਦੁੱਖ ਹੁੰਦਾ ਹੈ ਉਹਦਾ ਤਾਂ ਅੰਤ ਹੀ ਕੋਈ ਨਹੀਂ ਹੈ। ਪਰ ਜੋ ਪਰਮਾਤਮਾ ਦਾ ਨਾਮ ਜਦੋਂ ਅਸੀਂ ਲੈਂਦੇ ਹਾਂ, ਜਦੋਂ ਪਰਮਾਤਮਾ ਦੀ ਭਗਤੀ ਕਰਦੇ ਹਾਂ, ਸ਼ਬਦ ਕੀਰਤਨ ਪੜ੍ਹ ਰਹੇ ਹਾਂ ਜਾਂ ਪਾਠ ਕਰ ਰਹੇ ਹਾਂ, ਗੁਰੂ ਘਰ ਦੇ ਵਿੱਚ ਬੈਠੇ ਹਾਂ, ਗੁਰੂ ਦੇ ਲੜ ਲੱਗੇ ਹਾਂ, ਬਾਣੀ ਸੁਣ ਰਹੇ ਹਾਂ, ਉਸ ਵਕਤ ਦਾ ਜੋ ਆਨੰਦ ਹੈ ਉਹਨੂੰ ਤੁਸੀਂ ਉਹਦੇ ਨਾਲ ਕੰਪੇਅਰ ਕਰਕੇ ਦੇਖੋ ਜਦੋਂ ਤੁਹਾਨੂੰ ਤਨਖਾਹ ਆਉਂਦੀ ਹੈ। ਗੁਰੂ ਦੇ ਲੜ ਲੱਗੇ ਹੋ, ਤੁਹਾਨੂੰ ਆਨੰਦ ਮਿਲ ਰਿਹਾ ਹੈ, ਤਨਖਾਹ ਆਈ ਹੈ, ਤੁਹਾਨੂੰ ਆਨੰਦ ਮਿਲ ਰਿਹਾ ਹੈ, ਪਰ ਤਨਖਾਹ ਨੇ ਜਾਣਾ ਵੀ ਹੈ, ਪੈਸਾ ਤੁਹਾਨੂੰ ਖਰਚਣਾ ਵੀ ਪੈਣਾ ਹੈ, ਤਾਂ ਉਹ ਆਨੰਦ ਜੋ ਹੈ ਜਾ ਵੀ ਰਿਹਾ ਹੈ, ਪਰ ਜੋ ਗੁਰੂ ਪਾਸੋਂ ਮਿਲ ਰਿਹਾ ਹੈ ਉਹ ਜਾ ਕਿਧਰੇ ਨਹੀਂ ਰਿਹਾ, ਉਹ ਤੁਹਾਨੂੰ ਮਿਲ ਹੀ ਰਿਹਾ ਹੈ। ਇੰਨਾ ਕੁ ਫਰਕ ਹੈ। ਸੋ ਇਸ ਲਈ ਜੀਵਨ ਜਾਪਣ ਦੇ ਲਈ ਸਾਨੂੰ ਮਾਇਆ ਦੀ ਵੀ ਲੋੜ ਪੈਂਦੀ ਹੈ, ਉਹ ਵੀ ਕਮਾਉਣੀ ਚਾਹੀਦੀ ਹੈ, ਪਰ ਜ਼ਿੰਦਗੀ ਦਾ ਥੋੜ੍ਹਾ ਸਮਾਂ ਪਰਮਾਤਮਾ ਦੀ ਭਗਤੀ ਦੇ ਵਿੱਚ ਵੀ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉੱਥੋਂ ਸਾਨੂੰ ਸਥਾਈ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਵੱਧਦੇ ਹਾਂ। ਵਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਜੋ ਹਟਵਾਣੀਆਂ ਹੈ, ਹੱਟੀ ਦਾ ਮਾਲਕ ਹੈ, ਆਪਣੀ ਹੱਟੀ ਦੇ ਉੱਪਰ ਸੌਦਾ ਵੇਚ ਕੇ ਪੈਸੇ ਕਮਾ ਰਿਹਾ ਹੈ, ਮਾਇਆ ਕਮਾ ਰਿਹਾ ਹੈ, ਉਹ ਮਾਇਆ ਜੋ ਹੈ ਤੁਹਾਡੀ ਆਤਮਿਕ ਸ਼ਾਂਤੀ ਦੇ ਲਈ ਵਿਖ ਹੈ, ਜ਼ਹਿਰ ਹੈ, ਉਹ ਇੱਕ ਝੂਠਾ ਪਸਾਰਾ ਹੈ। ਮੋਹ ਝੂਠ ਪਸਾਰਾ ਝੂਠ ਕਾ ਝੂਠੈ ਲਪਟਾਏ, ਝੂਠ ਦੇ ਵਿੱਚ ਹੀ ਲਿਪਟਿਆ ਹੋਇਆ ਝੂਠ ਦਾ ਹੀ ਪਸਾਰਾ ਹੈ ਜੋ ਖਿਲਰਿਆ ਹੋਇਆ ਹੈ ਸਾਡੇ ਆਸ-ਪਾਸ, ਤੇ ਅਸੀਂ ਉਸ ਖਿਲਾਰੇ ਦਾ ਹਿੱਸਾ ਬਣੇ ਹੋਏ ਹਾਂ। ਕਈ ਲੋਕ ਜ਼ਿਆਦਾ ਨੇ,
ਤੇ ਕਈ ਲੋਕ ਘੱਟ ਨੇ। ਜੇ ਅਸੀਂ ਇਹ ਕਹਿ ਲਈਏ ਕਿ ਮਾਇਆ ਦੀ ਇੱਕ ਗੁੰਝਲ ਹੈ, ਕਈ ਲੋਕ ਤਾਂ ਉਸ ਗੁੰਝਲ ਦੇ ਆਸੇ-ਪਾਸਿਆਂ ਦੇ ਵਿੱਚ ਉਲਝੇ ਹੋਏ ਨੇ, ਜਿਨ੍ਹਾਂ ਨੂੰ ਸ਼ਾਇਦ ਉਨੀ ਤੰਗੀ ਮਹਿਸੂਸ ਨਹੀਂ ਹੁੰਦੀ, ਮਾਇਆ ਉਨਾ ਤੰਗ ਨਹੀਂ ਕਰਦੀ, ਪਰ ਕਈ ਲੋਕ ਉਸ ਗੁੰਝਲ ਦੇ ਬਿਲਕੁਲ ਸੈਂਟਰ ਦੇ ਵਿੱਚ, ਮੱਧ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੂੰ ਉਸ ਗੁੰਝਲ ਦੇ ਬਾਹਰ ਦੀ ਦੁਨੀਆ ਦਿਖਦੀ ਹੀ ਨਹੀਂ। ਉਹਨਾਂ ਨੇ ਉਸੇ ਨੂੰ ਹੀ ਆਪਣੀ ਦੁਨੀਆ ਸਮਝ ਰੱਖਿਆ ਹੁੰਦਾ ਹੈ। ਬਾਹਰ ਕੀ ਹੋ ਰਿਹਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਆਪਣੀ ਸਾਰੀ ਜ਼ਿੰਦਗੀ ਉਸੇ ਗੁੰਝਲ ਦੇ ਵਿੱਚ ਹੀ ਗੁਜ਼ਾਰ ਲੈਂਦੇ ਨੇ। ਉਹਦੇ ਚੋਂ ਬਾਹਰ ਆ ਕੇ ਬਾਹਰੀ ਦੁਨੀਆ ਨੂੰ ਵੇਖਣ ਦਾ ਉਹਨਾਂ ਦੇ ਮਨਾਂ ਦੇ ਵਿੱਚ ਖਿਆਲ ਵੀ ਨਹੀਂ ਆਉਂਦਾ। ਸੋ ਜਿਸ ਤਰ੍ਹਾਂ ਇੱਕ ਹਟਵਾਣੀਆ ਆਪਣੀ ਹੱਟ ਦੇ ਉੱਪਰ ਸੌਦਾ ਵੇਚ ਕੇ ਧਨ ਇਕੱਠਾ ਕਰਦਾ ਹੈ, ਉਸੇ ਤਰ੍ਹਾਂ ਹੀ ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ। ਜੋ ਪ੍ਰਮਾਤਮਾ ਦਾ ਸੇਵਕ ਹੈ, ਉਹਦੇ ਪ੍ਰਮਾਤਮਾ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਧਨ ਨੂੰ ਖਰਚ ਕੇ ਆਪਦੀ ਆਤਮਿਕ ਸ਼ਾਂਤੀ ਵੀ ਖਰੀਦਦਾ ਹੈ। ਇਹ ਮਾਇਆ ਮੋਹ ਕੁਟੰਬ ਹੈ, ਭਾਏ ਦੂਜੈ ਫਾਸ, ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ। ਇਹ ਜੋ ਮਾਇਆ ਦਾ ਮੋਹ ਹੈ, ਇਹ ਇੱਕ ਤਰ੍ਹਾਂ ਦਾ ਕੁਟੁੰਬ ਹੈ। ਕੁਟੁੰਬ ਵੈਸੇ ਪਰਿਵਾਰ ਹੁੰਦਾ ਹੈ, ਪਰ ਇੱਥੇ ਕੁਟੁੰਬ ਦਾ ਮਤਲਬ ਹੈ ਖਿਲਾਰਾ, ਕਿ ਜੋ ਮਾਇਆ ਮੋਹ ਦਾ ਹੈ ਖਿਲਾਰਾ ਪਿਆ ਹੋਇਆ ਹੈ, ਸਾਡੇ ਲਈ ਫਾਂਸੀ ਦਾ ਕੰਮ ਕਰਦਾ ਹੈ, ਫਾਹੀ ਹੈ ਸਾਡੇ ਲਈ, ਸਾਡੀ ਆਤਮਿਕ ਸ਼ਾਂਤੀ ਦੇ ਲਈ ਫਾਹੀ ਹੈ। ਤੇ ਇਹਦੇ ਚੋਂ ਬਾਹਰ ਨਿਕਲਣ ਦਾ ਰਸਤਾ ਹੈ ਗੁਰਮਤ, ਗੁਰੂ ਦੇ ਲੜ ਲੱਗ ਕੇ, ਬਾਣੀ ਦੇ ਲੜ ਲੱਗ ਕੇ ਗੁਰੂ ਵਾਲੇ ਬਣ ਜਾਣਾ। ਉਹੀ ਮਨੁੱਖ ਇਸ ਚੋਂ ਪਾਰ ਲੰਘਦਾ ਹੈ ਜੋ ਦਾਸਾਂ ਦਾ ਦਾਸ ਬਣ ਜਾਂਦਾ ਹੈ। ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ। ਦਾਸ ਨਾਨਕ ਨੇ ਵੀ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਵਾਸਤੇ ਚਾਨਣ ਹਾਸਲ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ। ਗੌੜੀ ਵੈਰਾਗਣ ਮਹਿਲਾ ਚੌਥਾ। ਨਿਤ ਦਿਨਸ ਰਾਤ ਲਾਲਚ ਕਰੇ ਭਰਮੈ ਭਰਮਾਇਆ, ਵਿਗਾਰ ਫਿਰੈ ਵਿਗਾਰੀਆ ਸਿਰ ਭਾਰ ਉਠਾਇਆ। ਕਹਿੰਦੇ ਜਿਹੜਾ ਮਨੁੱਖ ਸਦਾ ਹੀ ਦਿਨ ਰਾਤ ਹੀ ਮਾਇਆ ਦੇ ਲਾਲਚ ਦੇ ਵਿੱਚ, ਭਰਮਾਂ ਦੇ ਵਿੱਚ ਪਿਆ ਰਹਿੰਦਾ ਹੈ, ਮਾਇਆ ਦੀ ਪ੍ਰੇਰਨਾ ਦੇ ਵਿੱਚ ਆ ਕੇ ਭਟਕਦਾ ਫਿਰਦਾ ਹੈ, ਭਾਵ ਕਿ ਉਹਨੂੰ ਹਰ ਵਕਤ ਮਾਇਆ ਦੇ ਹੀ ਖਿਆਲ ਰਹਿੰਦੇ ਹਨ ਕਿ ਮੈਨੂੰ ਇੱਥੋਂ ਵੀ ਮਾਇਆ ਬਣ ਜਾਏ, ਇੱਥੋਂ ਵੀ ਬਣ ਜਾਏ। ਇੱਥੋਂ ਤੱਕ ਕਿ ਉਹ ਮਨੁੱਖ ਇਹ ਵੀ ਨਹੀਂ ਦੇਖਦਾ ਕਿ ਕਿਹੜੀ ਹੱਕ ਦੀ ਕਮਾਈ ਹੈ ਤੇ ਕਿਹੜੀ ਕਮਾਈ ਦੇ ਲਈ ਮੈਂ ਕਿਸੇ ਹੋਰ ਦਾ ਹੱਕ ਖਾ ਰਿਹਾ ਹਾਂ। ਅਜਿਹਾ ਮਨੁੱਖ ਕਹਿੰਦੇ ਵਿਗਾਰ ਹੈ, ਇੱਕ ਵਿਗਾਰੀ ਵਰਗਾ ਹੋ ਜਾਂਦਾ ਹੈ। ਵਿਗਾਰ ਫਿਰੈ ਵਿਗਾਰੀਆ ਸਿਰ ਭਾਰ ਉਠਾਇਆ, ਬਗਾਨਾ ਭਾਰ ਆਪਣੇ ਸਿਰ ਦੇ ਉੱਪਰ ਚੱਕ ਕੇ ਤੁਰਿਆ ਫਿਰਦਾ ਹੈ। ਦੂਜੇ ਪਾਸੇ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ। ਤੇ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਉਹਨੂੰ ਪ੍ਰਮਾਤਮਾ ਨੇ ਘਰ ਦੇ ਕੰਮ ਵਿੱਚ, ਆਪਣੇ ਅਸਲੀ ਕੰਮ ਦੇ ਵਿੱਚ ਲਾਇਆ ਹੋਇਆ ਹੈ, ਜਿਹੜਾ ਕਿ ਪ੍ਰਮਾਤਮਾ ਦੀ ਭਗਤੀ ਦਾ ਹੈ। ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ, ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਰਹਾਓ। ਕਹਿੰਦੇ ਹੇ ਮੇਰੇ RAM, ਮਾਇਆ ਦੇ ਬੰਧਨ ਸਾਡੇ ਤੋੜ ਕੇ ਸਾਨੂੰ ਸਾਡੇ ਅਸਲੀ ਕੰਮਾਂ ਦੇ ਵਿੱਚ ਜੋੜ, ਅਸੀਂ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਕੇ ਸਦਾ ਹੀ ਉਹਦੇ ਗੁਣ ਗਾਉਂਦੇ ਰਹੀਏ। ਅਗਲੀਆਂ ਪੰਕਤੀਆਂ ਦੇ ਵਿੱਚ ਵੀ ਉਹੀ ਗੱਲਬਾਤ ਹੈ ਜੋ ਆਪਾਂ ਹੁਣੇ ਪਹਿਲਾਂ ਕਰਕੇ ਹਟੇ ਹਾਂ, ਕਿ ਜੋ ਮਾਇਆ ਦਾ ਸੁੱਖ ਹੈ ਉਹ ਕੁਝ ਸਮੇਂ ਦਾ ਹੁੰਦਾ ਹੈ, ਤੇ ਜੋ ਪਰਮਾਤਮਾ ਦੀ ਭਗਤੀ ਵੱਲੋਂ ਮਿਲਿਆ ਹੋਇਆ ਸੁੱਖ ਹੈ ਉਹ ਸਥਾਈ ਹੁੰਦਾ ਹੈ। ਇਹਨਾਂ ਪੰਕਤੀਆਂ ਦੇ ਰਾਹੀਂ ਇਹ ਗੱਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ, ਅਰਥ ਸਭ ਮਾਇਆ। ਕਹਿੰਦੇ ਜੋ ਮਨੁੱਖ ਹੈ ਉਹ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਚਾਕਰੀ ਕਰਦਾ ਹੈ। ਉਹਨਾਂ ਵੇਲਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਸਮਾਂ ਹੁੰਦਾ ਸੀ, ਉਸੇ ਪ੍ਰਕਾਰ ਦੀਆਂ ਹੀ ਨੌਕਰੀਆਂ ਹੁੰਦੀਆਂ ਸਨ। ਅੱਜ ਦੇ ਵੇਲੇ ਦੇ ਵਿੱਚ ਇਹ ਗੱਲ ਸਾਡੇ 'ਤੇ ਵੀ ਲਾਗੂ ਹੁੰਦੀ ਹੈ ਕਿ ਅਸੀਂ ਕਿਸੇ ਵੀ ਕੰਪਨੀ ਦੇ ਵਿੱਚ ਜਾਂ ਕਿਸੇ ਲਈ ਵੀ ਕੰਮ ਕਰਦੇ ਹਾਂ, ਕਿ ਭਾਵ ਅਸੀਂ ਕੰਮ ਕਰਦੇ ਹਾਂ। ਅਰਥ ਸਭ ਮਾਇਆ, ਕਿ ਅਸੀਂ ਮਾਇਆ ਦੀ ਖਾਤਰ ਕੰਮ ਕਰਦੇ ਹਾਂ, ਪੈਸਿਆਂ ਦੀ ਖਾਤਰ ਕੰਮ ਕਰਦੇ ਹਾਂ। ਜ਼ਰੂਰੀ ਵੀ ਹੈ, ਇਹ ਨਹੀਂ ਹੈ ਕਿ ਉਹ ਜ਼ਰੂਰੀ ਨਹੀਂ ਹੈ, ਉਹ ਵੀ ਜ਼ਰੂਰੀ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਾਇਆ ਦਾ ਲਾਲਸਾ ਹੋ ਜਾਣੀ ਬੁਰੀ ਗੱਲ ਹੈ, ਪਰ ਆਪਣੇ ਜੀਵਨ ਯਾਪਨ ਦੇ ਲਈ ਕੰਮ ਕਰਕੇ, ਹੱਕ ਦੀ ਕਮਾਈ ਕਰਕੇ ਆਪਣਾ ਪੇਟ ਪਾਲਣਾ ਉਹ ਬੁਰੀ ਗੱਲ ਨਹੀਂ ਹੈ। ਅੱਗੇ ਕਹਿੰਦੇ ਕਿ ਕੈ ਬੰਦਾ ਕੈ ਡਾਨ ਲੇ ਕੈ ਨਰਪਤ ਮਰ ਜਾਇਆ। ਕਹਿੰਦੇ ਜਦੋਂ ਤੁਸੀਂ ਨੌਕਰੀ ਕਰਦੇ ਹੋ, ਚਾਕਰੀ ਕਰਦੇ ਹੋ, ਤਾਂ ਕਈ ਵਾਰ ਤੁਹਾਡੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ। ਉਹਨਾਂ ਗਲਤੀਆਂ ਦੀ ਤੁਹਾਨੂੰ ਸਜ਼ਾ ਵੀ ਮਿਲਦੀ ਹੈ। ਕੈ ਬੰਦਾ
ਕਹਿ ਡਾਨ ਲੇ। ਕਈ ਵਾਰ ਤੁਹਾਨੂੰ ਉਹਨਾਂ ਗਲਤੀਆਂ ਦੇ ਕਰਕੇ ਜੁਰਮਾਨਾ ਵੀ ਦੇਣਾ ਪੈਂਦਾ ਹੈ। ਤੇ ਕਈ ਵਾਰੀ ਕੀ ਹੁੰਦਾ ਹੈ, ਕਹਿ ਨਰਪਤ ਮਰ ਜਾਇਆ, ਤੇ ਕਈ ਵਾਰੀ ਉਹ ਰਾਜਾ ਹੀ ਮਰ ਜਾਂਦਾ ਹੈ ਤੇ ਤੁਹਾਡੀ ਜੋ ਚਾਕਰੀ ਹੈ, ਜੋ ਨੌਕਰੀ ਹੈ, ਉਹ ਖੁੱਸ ਜਾਂਦੀ ਹੈ। ਉਸ ਵਕਤ ਜੋ ਤੁਹਾਨੂੰ ਦੁੱਖ ਹੁੰਦਾ ਹੈ, ਉਹ ਤੁਹਾਡੀ ਜੋ ਕਮਾਈ ਕਰਕੇ ਹਾਸਲ ਕੀਤੀ ਹੋਈ ਖੁਸ਼ੀ ਸੀ ਉਹਨੂੰ ਤੇ ਨਸ਼ਟ ਕਰਦਾ ਹੀ ਹੈ, ਬਲਕਿ ਇਹ ਕਹਿ ਲਈਏ ਕਿ ਜੋ ਉਹ ਬੈਲੈਂਸ ਹੈ ਉਹ ਮਾਈਨਸ ਦੇ ਵਿੱਚ ਚਲਾ ਜਾਂਦਾ ਹੈ। ਕਮਾਈ ਦਾ ਸੁੱਖ ਸਾਨੂੰ ਹੁੰਦਾ ਹੈ, ਖੁਸ਼ੀ ਹੁੰਦੀ ਹੈ। ਅਸੀਂ ਜ਼ੀਰੋ ਤੋਂ ਜੇ ਸ਼ੁਰੂ ਕਰੀਏ ਤਾਂ ਕਮਾਈ ਦੀ ਜੋ ਖੁਸ਼ੀ ਹੈ ਸਾਨੂੰ ਪਲੱਸ ਵੱਲ ਨੂੰ ਲੈ ਕੇ ਜਾਂਦੀ ਹੈ। ਪਰ ਜਦੋਂ ਹੀ ਸਾਡਾ ਕੋਈ ਘਾਟਾ ਹੋ ਜਾਂਦਾ ਹੈ, ਨੁਕਸਾਨ ਹੁੰਦਾ ਹੈ, ਤਾਂ ਅਸੀਂ ਨਾ ਸਿਰਫ ਉਹ ਜੋ ਪਲੱਸ ਵੱਲ ਨੂੰ ਰਸਤਾ ਤੈਅ ਕੀਤਾ ਸੀ ਉਹ ਵਾਪਸ ਜ਼ੀਰੋ 'ਤੇ ਆ ਜਾਂਦੇ ਹਾਂ, ਬਲਕਿ ਉਸ ਤੋਂ ਵੀ ਪਿੱਛੇ ਮਾਈਨਸ ਦੇ ਵਿੱਚ ਚਲੇ ਜਾਂਦੇ ਹਾਂ। ਅੱਗੇ ਕਹਿੰਦੇ ਕਿ ਧੰਨ ਧੰਨ ਸੇਵਾ ਸਫਲ ਸਤਿਗੁਰ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਕਹਿੰਦੇ ਕਿ ਉਸ ਸੱਚੇ ਗੁਰੂ ਦੀ ਸੇਵਾ ਜੋ ਹੈ ਉਹ ਸਫਲ ਹੈ, ਉਹ ਧੰਨ ਧੰਨ ਹੈ, ਉਹਦੇ ਵਰਗੀ ਰੀਸ ਕੋਈ ਨਹੀਂ। ਉਹਦੇ ਤੋਂ ਜੋ ਸਾਨੂੰ ਸੁੱਖ ਮਿਲਦਾ ਹੈ, ਪਰਮਾਤਮਾ ਦਾ ਨਾਮ ਜਪ ਕੇ ਜੋ ਸਾਨੂੰ ਆਨੰਦ ਮਿਲਦਾ ਹੈ, ਉਹਦੇ 'ਚ ਜ਼ੀਰੋ ਤੋਂ ਪਲੱਸ ਵੱਲ ਨੂੰ ਹੀ ਰਾਹ ਹੈ, ਪਿੱਛੇ ਦਾ ਰਾਹ ਹੀ ਨਹੀਂ ਹੈ। ਜੋ ਆਨੰਦ ਅਸੀਂ ਹਾਸਲ ਕਰ ਲਿਆ ਉਹਦੇ ਨਾਲ ਅਸੀਂ ਪਲੱਸ ਵੱਲ ਨੂੰ ਹੋਰ ਕਦਮ ਵੱਧ ਜਾਂਦੇ ਹਾਂ। ਇੱਕ ਦਿਨ ਜੇ ਅਸੀਂ ਪਾਠ ਕਰ ਲਿਆ, ਬਾਣੀ ਦੇ ਨਾਲ ਜੁੜ ਗਏ, ਬਾਣੀ ਸੁਣ ਲਈ, ਤਾਂ ਅਸੀਂ ਪਲੱਸ ਵੱਲ ਨੂੰ ਇੱਕ ਟੰਬਾ ਕਹਿ ਲਓ ਕਿ ਹੋਰ ਚੜ੍ਹ ਗਏ। ਜਾਂ ਜੇਕਰ ਅਸੀਂ ਇੱਕ ਪੌੜੀ ਦੀ ਉਦਾਹਰਣ ਲੈ ਲਈਏ, ਟੰਬੇ ਤੋਂ ਯਾਦ ਆਇਆ ਕਿ ਅਸੀਂ ਧਰਤੀ ਤੋਂ ਸ਼ੁਰੂ ਕਰਦੇ ਹਾਂ ਤੇ ਜਿਵੇਂ ਜਿਵੇਂ ਪ੍ਰਮਾਤਮਾ ਦਾ ਨਾਮ ਸੁਣਦੇ ਜਾਂਦੇ ਹਾਂ, ਜਪਦੇ ਜਾਂਦੇ ਹਾਂ, ਪੌੜੀ ਉੱਪਰ ਨੂੰ ਚੜ੍ਹਦੇ ਜਾਂਦੇ ਹਾਂ। ਇਸੇ ਪ੍ਰਕਾਰ ਹੀ ਜਿਵੇਂ ਜਿਵੇਂ ਅਸੀਂ ਪੈਸਾ ਕਮਾਉਂਦੇ ਜਾਂਦੇ ਹਾਂ, ਪੌੜੀ ਉੱਪਰ ਨੂੰ ਚੜ੍ਹਦੇ ਜਾਂਦੇ ਹਾਂ। ਹੁਣ ਇੱਕ ਵਕਤ ਦੇ ਲਈ ਜੇਕਰ ਅਸੀਂ ਪ੍ਰਮਾਤਮਾ ਦਾ ਨਾਮ ਜਪਣਾ ਬੰਦ ਵੀ ਕਰ ਦਈਏ ਤਾਂ ਜਿੱਥੇ ਤੱਕ ਵੀ ਅਸੀਂ ਪਹੁੰਚੇ ਸੀ ਉੱਥੇ ਹੀ ਰਵਾਂਗੇ। ਪਰ ਜੇ ਮਾਇਆ ਕਮਾਉਣੀ ਬੰਦ ਕਰ ਦੇਵਾਂਗੇ ਤਾਂ ਨਾ ਕਿ ਅਸੀਂ ਵਾਪਸ ਧਰਤੀ 'ਤੇ ਆਵਾਂਗੇ, ਬਲਕਿ ਇਹ ਕਹਿ ਲਈਏ ਕਿ ਖੂਹ ਪੱਟ ਕੇ ਅੰਦਰ ਧੱਸ ਜਾਵਾਂਗੇ। ਇੰਨਾ ਕੁ ਫਰਕ ਹੈ ਪਰਮਾਤਮਾ ਦੇ ਨਾਮ ਤੋਂ ਮਿਲੇ ਸੁੱਖ ਆਨੰਦ ਦਾ ਤੇ ਮਾਇਆ ਵੱਲੋਂ ਮਿਲੇ ਹੋਏ ਸੁੱਖ ਆਨੰਦ ਦਾ। ਅੱਗੇ ਚੱਲਦੇ ਹਾਂ। ਨਿਤ ਸੌਦਾ ਸੂਦ ਕੀਚੈ, ਬਹੁ ਭਾਤ ਕਰ ਮਾਇਆ ਕੈ ਤਾਈ, ਜਾ ਲਾਹਾ ਦੇ ਤਾਂ ਸੁਖ ਮਨੇ, ਟੋਟੈ ਮਰ ਜਾਈ। ਫਿਰ ਤੋਂ ਉਹੀ ਗੱਲ ਹੈ ਕਿ ਮਾਇਆ ਕਮਾਉਣ ਦੀ ਖਾਤਰ ਅਸੀਂ ਕਈ ਪ੍ਰਕਾਰ ਦੇ ਵਣਜ ਵਿਹਾਰ ਕਰਦੇ ਹਾਂ। ਜਦੋਂ ਤਾਂ ਉਹ ਵਣਜ ਵਿਹਾਰ ਸਾਨੂੰ ਨਫਾ ਦਿੰਦਾ ਹੈ ਤਾਂ ਸਾਨੂੰ ਖੁਸ਼ੀ ਹੁੰਦੀ ਹੈ, ਪਰ ਜਦੋਂ ਹੀ ਘਾਟਾ ਹੁੰਦਾ ਹੈ ਤਾਂ ਮਨੁੱਖ ਹੌਕੇ ਦੇ ਨਾਲ ਮਰ ਜਾਂਦਾ ਹੈ, ਉਹਨੂੰ ਬਹੁਤ ਵੱਡਾ ਧੱਕਾ ਲੱਗਦਾ ਹੈ। ਜੋ ਗੁਣ ਸਾਂਝੀ ਗੁਰ ਸਿਓ ਕਰੇ, ਨਿਤ ਨਿਤ ਸੁਖ ਪਾਈ। ਤੇ ਜਿਹਨੇ ਗੁਰੂ ਦੇ ਨਾਲ ਆਪਣਾ ਉਹ ਸੌਦਾ ਸਾਂਝਾ ਕੀਤਾ ਹੈ, ਪਰਮਾਤਮਾ ਦੇ ਨਾਮ ਦਾ ਵਣਜ ਵਪਾਰ ਕੀਤਾ ਹੈ, ਉਹ ਸਦਾ ਹੀ ਸੁੱਖ ਪ੍ਰਾਪਤ ਕਰਦਾ ਹੈ। ਜਿਤਨੀ ਭੂਖ ਅਨਰਸ ਸਾਧ ਹੈ, ਤਿਤਨੀ ਭੂਖ ਫਿਰ ਲਾਗੈ। ਹੁਣ ਗੱਲ ਆ ਗਈ ਰਸਾਂ ਦੀ, ਸਵਾਦਾਂ ਦੀ। ਕਹਿੰਦੇ ਜਿੰਨੇ ਕੁ ਸਵਾਦ ਤੁਸੀਂ ਲੈ ਲੈਂਦੇ ਹੋ ਦੁਨਿਆਵੀ ਪਦਾਰਥਾਂ ਤੋਂ, ਵੱਖ-ਵੱਖ ਪ੍ਰਕਾਰ ਦੇ ਭੋਜਨਾਂ ਤੋਂ, ਜਿੰਨਾ ਕੁ ਰਸ ਤੁਸੀਂ ਮਾਣ ਲੈਂਦੇ ਹੋ, ਤੁਹਾਡੀ ਲਾਲਸਾ ਉਨੀ ਕੁ ਹੋਰ ਵੱਧ ਜਾਂਦੀ ਹੈ। ਜਿਤਨੀ ਭੂਖ ਅਨਰਸ ਸਾਧ ਹੈ, ਤਿਤਨੀ ਭੂਖ ਫਿਰ ਲਾਗੈ। ਜਿਸ ਹਰ ਆਪ ਕਿਰਪਾ ਕਰੇ, ਸੋ ਵੇਚੈ ਸਿਰ ਗੁਰ ਆਗੈ। ਤੇ ਜਿਹੜੇ ਮਨੁੱਖ ਦੇ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੰਦਾ ਹੈ, ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੰਦਾ ਹੈ। ਇੱਕ ਖਾਲੀ ਭਾਂਡੇ ਦੇ ਵਾਂਗ ਉਹ ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦਿੰਦਾ ਹੈ ਤੇ ਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਹੇ ਮੇਰੇ ਗੁਰੂ, ਮੇਰੇ ਇਸ ਖਾਲੀ ਦਿਮਾਗ ਨੂੰ ਪਰਮਾਤਮਾ ਦੇ ਨਾਮ ਰਸ ਦੇ ਨਾਲ ਭਰ ਦੇ। ਤੇ ਇੱਕ ਵਾਰ ਜਦੋਂ ਉਹ ਭਰ ਗਿਆ ਤਾਂ ਉਹ ਸਵਾਦ ਤੁਹਾਡੇ ਤੋਂ ਕਦੇ ਨਹੀਂ ਖੁੱਸਦਾ। ਜਨ ਨਾਨਕ ਹਰ ਰਸ ਤ੍ਰਿਪਤਿਆ, ਫਿਰ ਭੂਖ ਨਾ ਲੱਗੈ। ਹੇ ਦਾਸ ਨਾਨਕ, ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਰਸ ਨਾਲ ਰੱਜ ਜਾਂਦਾ ਹੈ ਉਹ ਤ੍ਰਿਪਤ ਜਾਂਦਾ ਹੈ, ਉਹਦੀ ਜੋ ਭੁੱਖ ਹੈ ਉਹ ਤ੍ਰਿਪਤ ਹੋ ਜਾਂਦੀ ਹੈ। ਬਾਅਦ ਦੇ ਵਿੱਚ ਉਹਨੂੰ ਕੋਈ ਵੀ ਤ੍ਰਿਸ਼ਨਾ ਜੋ ਹੈ ਵਿਆਪਦੀ ਨਹੀਂ, ਤੰਗ ਨਹੀਂ ਕਰਦੀ। ਬੜੇ ਹੀ ਵਧੀਆ ਮੈਸੇਜ, ਬੜੇ ਹੀ ਵਧੀਆ ਸੰਦੇਸ਼ ਸਾਨੂੰ ਅੱਜ ਦੇ ਅੰਗ ਦੀ ਬਾਣੀ ਦੇ ਵਿੱਚੋਂ ਸੁਣਨ ਨੂੰ ਮਿਲੇ ਨੇ। ਮੈਨੂੰ ਵਿਆਖਿਆ ਕਰਦੇ ਹੋਏ ਬੜਾ ਹੀ ਆਨੰਦ ਮਹਿਸੂਸ ਹੋਇਆ ਹੈ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਸੁਣਦੇ ਹੋਏ ਵੀ ਉਨਾ ਹੀ ਆਨੰਦ ਮਹਿਸੂਸ ਹੋਇਆ ਹੋਵੇਗਾ। ਬੜੀ ਸਿੰਪਲ ਜਿਹੀ ਗੱਲ ਹੈ, ਸਾਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲਾਗੂ ਕਰਨੀ ਚਾਹੀਦੀ ਹੈ ਕਿ ਮਿਹਨਤ ਕਰਨਾ ਹਰ ਇਨਸਾਨ ਦਾ ਫਰਜ਼ ਹੈ। ਸਾਡੇ ਗੁਰੂਆਂ ਨੇ ਵੀ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਵੀ ਖੇਤੀ ਦਾ ਕੰਮ ਕਰਿਆ ਕਰਦੇ ਸਨ, ਹੱਟੀ ਦੇ ਉੱਪਰ ਵੀ ਉਹਨਾਂ ਨੇ ਕੰਮ ਕੀਤਾ ਹੈ, ਪਰ ਉਹਨਾਂ ਦੇ ਮਨ ਦੇ ਵਿੱਚ ਮਾਇਆ ਦੀ ਲਾਲਸਾ ਨਹੀਂ ਸੀ। ਆਓ ਅਸੀਂ ਵੀ ਪ੍ਰਣ ਕਰੀਏ
ਕਿ ਮਿਹਨਤ ਕਰੀਏ, ਹੱਕ ਦੀ ਕਮਾਈ ਕਮਾਈਏ, ਆਪਣੀ ਜੀਵਨ ਯਾਪਨ ਦੇ ਲਈ ਜੋ ਚਾਹੀਦਾ ਹੈ ਉਹ ਹਾਸਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰੀਏ, ਪਰ ਮਨ ਦੇ ਵਿੱਚ ਕਦੇ ਵੀ ਲਾਲਸਾ ਨਾ ਪੈਦਾ ਹੋਣ ਦਈਏ। ਕਦੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਕਹਿ ਲਈਏ ਕੋਈ ਵਕਤ ਅਜਿਹਾ ਆਉਂਦਾ ਹੈ ਕਿ ਕਿਸੇ ਦੀ ਮਦਦ ਕਰ ਪਾਈਏ ਤਾਂ ਉਹਦੇ ਲਈ ਵੀ ਸਾਨੂੰ ਤਤਪਰ ਰਹਿਣਾ ਚਾਹੀਦਾ ਹੈ। ਉੱਥੇ ਇਸ ਤਰ੍ਹਾਂ ਦੇ ਖਿਆਲ ਨਹੀਂ ਆਉਣੇ ਚਾਹੀਦੇ ਮਨ ਦੇ ਵਿੱਚ ਕਿ ਮੈਂ ਬੜੀ ਮਿਹਨਤ ਦੇ ਨਾਲ ਕਮਾਇਆ ਹੈ, ਮੈਂ ਆਪਣਾ ਪੈਸਾ ਕਿਸੇ ਨੂੰ ਕਿਉਂ ਦੇਵਾਂ। ਜੇਕਰ ਤੁਹਾਡੇ ਕੋਲ ਇੰਨਾ ਹੈ ਕਿ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਬਾਵਜੂਦ ਕੁਝ ਨਾ ਕੁਝ ਹਿੱਸਾ ਕਿਸੇ ਦੀ ਮਦਦ ਕਰਨ ਦੇ ਲਈ ਖਰਚ ਸਕਦੇ ਹੋ ਤਾਂ ਅਜਿਹੇ ਮੌਕੇ ਤੋਂ ਭੱਜਿਆ ਨਾ ਕਰੋ। ਦੁਨੀਆ ਦੇ ਜੋ ਇਨਸਾਨ ਨੇ ਉਹਨਾਂ ਨੂੰ ਜੇਕਰ ਅਸੀਂ ਵੰਡਣ ਦੀ ਕੋਸ਼ਿਸ਼ ਕਰੀਏ ਤਾਂ ਪ੍ਰਮੁੱਖ ਤੌਰ 'ਤੇ ਅਸੀਂ ਕਹਿ ਲਈਏ ਇਸ ਮਾਇਆ ਵਾਲੇ ਪੱਖ ਤੋਂ 3 ਕੈਟਾਗਰੀ ਬਣ ਸਕਦੀਆਂ ਨੇ। ਇੱਕ ਉਹ ਨੇ ਜਿਹੜੇ ਜਿੰਨਾ ਕੁ ਕਮਾਉਂਦੇ ਨੇ ਉਹਨਾਂ ਕੋ ਉਹਨਾਂ ਦੇ ਖਰਚੇ ਨੇ ਅਤੇ ਉਹਨਾਂ ਕੋਲੇ ਐਂਡ ਆਫ ਦਾ ਡੇ ਕੁਝ ਵੀ ਨਹੀਂ ਬਚਦਾ ਕਿ ਉਹ ਜਿੰਨਾ ਕਮਾ ਲੈਂਦੇ ਨੇ ਉਹਨਾਂ ਖਰਚ ਲੈਂਦੇ ਨੇ, ਉਹਨਾਂ ਦੀ ਜੀਵਨ ਜੋ ਹੈ ਚੰਗਾ ਚੱਲ ਰਿਹਾ ਹੈ। ਇੱਕ ਉਹ ਨੇ ਜੋ ਜਿੰਨਾ ਕਮਾਉਂਦੇ ਨੇ ਉਹਨਾਂ ਦੀ ਜੀਵਨ ਯਾਪਨ ਦੇ ਲਈ ਸੰਪੂਰਨ ਨਹੀਂ ਹੈ, ਉਹ ਸਿਰਫ ਰੋਟੀ ਪਾਣੀ ਜੋਗਰਾ ਹੈ, ਬਸ ਉਹ ਖਾ ਲੈਂਦੇ ਨੇ, ਨਾ ਹੀ ਤਾਂ ਉਹਨਾਂ ਕੋਲ ਅਜੇ ਇੰਨਾ ਕੁ ਹੈ ਕਿ ਉਹ ਆਪਣਾ ਤਨ ਹੀ ਚੰਗੀ ਤਰ੍ਹਾਂ ਢੱਕ ਸਕਣ ਅਤੇ ਨਾ ਹੀ ਇੰਨਾ ਹੈ ਕਿ ਉਹ ਆਪਣੇ ਸਿਰ ਦੇ ਉੱਪਰ ਛੱਤ ਖੜੀ ਕਰ ਸਕਣ। ਅਤੇ ਤੀਜੀ ਕਿਸਮ ਦੇ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਕਿ ਮਨਾ ਮੂੰਹੀ ਹੈ, ਉਹਨਾਂ ਦੀਆਂ ਜ਼ਰੂਰਤਾਂ ਤੋਂ ਬਹੁਤ ਜ਼ਿਆਦਾ ਹੈ। ਤਾਂ ਜੋ ਵਿਚਾਲੜੀ ਕੈਟਾਗਰੀ ਵਾਲੇ ਨੇ ਉਹ ਆਪਣਾ ਜੀਵਨ ਜਾਪਣ ਇਸੇ ਤਰ੍ਹਾਂ ਹੀ ਕਰਦੇ ਰਹਿਣ, ਪਰ ਜੋ ਤੀਸਰੀ ਕੈਟਾਗਰੀ ਵਾਲੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਥੋੜ੍ਹਾ ਬਹੁਤਾ ਪਹਿਲੀ ਕੈਟਾਗਰੀ ਵਾਲਿਆਂ ਦੇ ਉੱਤੇ ਵੀ ਸਪੈਂਡ ਕਰ ਦਿਆ ਕਰਨ ਤਾਂ ਕਿ ਹੋ ਸਕੇ ਪਰਮਾਤਮਾ ਦੀ ਮਿਹਰ ਹੋਵੇ ਅਤੇ ਉਹ ਵੀ ਥੋੜ੍ਹੇ ਉੱਚੇ ਉੱਠ ਸਕਣ, ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਤੀਤ ਕਰ ਸਕਣ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਦੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।